ਟੈਂਸ ਸਾਨੂੰ ਉਸ ਸਮੇਂ ਦੇ ਬਾਰੇ ਦੱਸਦੇ ਨੇ ਜਦੋਂ ਕੋਈ ਐਕਸ਼ਨ ਜਾਂ ਕੰਮ ਹੁੰਦਾ ਹੈ। ਟੈਂਸਿਸ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇਹਨਾਂ ਦੇ ਤਿੰਨ ਟਾਈਪਸ ਹੁੰਦੇ ਨੇ। ਪਹਿਲਾ ਟਾਈਪ ਹੈ ਜੀ ਪਾਸਟ ਟੈਂਸ। ਪਾਸਟ ਟੈਂਸ ਤੋਂ ਭਾਵ ਕੀ ਹੈ ਵੀ ਇਸ ਦੇ ਵਿੱਚ ਅਸੀਂ ਉਸ ਸਮੇਂ ਦੀ ਗੱਲ ਕਰਨੀ ਹੁੰਦੀ ਹੈ ਜੋ ਕਿ ਬੀਤ ਚੁੱਕਾ ਹੈ, ਯਾਨੀ ਕਿ ਜੋ ਜਾ ਚੁੱਕਿਆ ਹੈ। ਹਾਂਜੀ, ਨੈਕਸਟ ਹੈ ਜੀ ਪ੍ਰੈਜ਼ੈਂਟ ਟੈਂਸ। ਤੇ ਪ੍ਰੈਜ਼ੈਂਟ ਤੋਂ ਭਾਵ ਕੀ ਹੈ, ਦੇਖੋ ਜਿਵੇਂ ਇਹਦਾ ਨਾਂ ਹੈ ਪ੍ਰੈਜ਼ੈਂਟ, ਮੀਨਸ ਕਿ ਅਸੀਂ ਇਹਦੇ ਵਿੱਚ ਜੋ ਸਮਾਂ ਚੱਲਦਾ ਪਿਆ ਹੈ ਉਸ ਦੇ ਵਿੱਚ ਜੋ ਕੰਮ ਜਾਂ ਐਕਸ਼ਨ ਹੁੰਦਾ ਹੈ ਉਸ ਦੀ ਗੱਲ ਕਰਨੀ ਹੈ। ਨੈਕਸਟ ਹੈ ਥਰਡ ਜੋ ਟਾਈਪ ਹੈ ਟੈਂਸਿਸ ਦੀ, ਉਹ ਹੈ ਫਿਊਚਰ। ਫਿਊਚਰ ਟੈਂਸ ਅਸੀਂ ਤਾਂ ਯੂਜ਼ ਕਰਨਾ ਹੁੰਦਾ ਹੈ ਜਦ ਅਸੀਂ ਭਵਿੱਖ ਦੀ, ਯਾਨੀ ਕਿ ਫਿਊਚਰ ਦੇ ਵਿੱਚ ਜੋ ਕੰਮ ਹੋਣਾ ਹੈ ਉਸ ਦੀ ਗੱਲ ਕਰਨੀ ਹੈ, ਜੋ ਐਕਸ਼ਨ ਹੋਣਾ ਹੈ ਉਸ ਦੀ ਗੱਲ ਕਰਨੀ ਹੈ ਜੋ ਕਿ ਭਵਿੱਖ ਦੇ ਵਿੱਚ ਹੈ। ਤਾਂ ਇਹ ਸੀ ਟੈਂਸਿਸ ਦੇ 3 ਟਾਈਪਸ: ਪਾਸਟ ਟੈਂਸ, ਪ੍ਰੈਜ਼ੈਂਟ ਟੈਂਸ, ਫਿਊਚਰ ਟੈਂਸ। ਹੁਣ ਟੈਂਸਿਸ ਨੂੰ ਸਮਝਣ ਤੋਂ ਪਹਿਲਾਂ ਜਾਂ ਸਿੱਖਣ ਤੋਂ ਪਹਿਲਾਂ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇੰਗਲਿਸ਼ ਗ੍ਰਾਮਰ ਦੀ, ਉਹ ਹੈ ਸੈਂਟੈਂਸ ਸਟਰਕਚਰ। ਹੁਣ ਇਹ ਸੈਂਟੈਂਸ ਸਟਰਕਚਰ ਕੀ ਹੁੰਦਾ ਹੈ ਵੀ ਅਸੀਂ ਕਿਸੇ ਵਾਕ ਨੂੰ, ਯਾਨੀ ਕਿ ਕਿਸੇ ਜੋ ਹੈ ਸੈਂਟੈਂਸ ਨੂੰ ਅਗਰ ਅਸੀਂ ਬਣਾਉਣਾ ਹੈ, ਉਸ ਨੂੰ ਉਹਦਾ ਸਟਰਕਚਰ ਕਰਨਾ ਹੈ ਤਾਂ ਉਸ ਨੂੰ ਕਿਵੇਂ ਜੋ ਹੈ ਅਸੀਂ ਬਣਾ ਸਕਦੇ ਹਾਂ। ਇਹਦੇ ਵਿੱਚ 3 ਜੋ ਮੇਨ ਜੋ ਜ਼ਰੂਰੀ ਚੀਜ਼ਾਂ ਨੇ ਉਹ ਨੇ ਸਬਜੈਕਟ, ਓਬਜੈਕਟ ਤੇ ਵਰਬ। ਹੁਣ ਸਬਜੈਕਟ ਕੀ ਹੁੰਦਾ ਹੈ, ਜੋ ਕਿਸੇ ਕੰਮ ਨੂੰ ਕਰਨ ਵਾਲਾ ਹੁੰਦਾ ਹੈ, ਜੋ ਕੋਈ ਐਕਸ਼ਨ ਕਰ ਰਿਹਾ ਹੁੰਦਾ ਹੈ ਉਸ ਨੂੰ ਅਸੀਂ ਸਬਜੈਕਟ ਕਹਿੰਦੇ ਹਾਂ। ਓਬਜੈਕਟ ਕੀ ਹੁੰਦਾ ਹੈ, ਜਿਸ ਤੇ ਕੋਈ ਕੰਮ ਹੋ ਰਿਹਾ ਹੈ, ਜਿਸ ਚੀਜ਼ ਦੇ ਉੱਤੇ ਕੋਈ ਕੰਮ ਹੋ ਰਿਹਾ ਹੈ, ਕੋਈ ਐਕਸ਼ਨ ਹੋ ਰਿਹਾ ਹੈ, ਉਸ ਨੂੰ ਓਬਜੈਕਟ ਕਿਹਾ ਜਾਂਦਾ ਹੈ। ਵਰਬ ਕੀ ਹੈ, ਜੋ ਕੰਮ ਜਾਂ ਜੋ ਐਕਸ਼ਨ ਹੁੰਦਾ ਹੈ, ਹੋ ਰਿਹਾ ਹੈ, ਠੀਕ ਹੈ, ਜੋ ਕੰਮ ਜਾਂ ਜੋ ਐਕਸ਼ਨ ਹੋ ਰਿਹਾ ਹੈ ਉਸ ਨੂੰ ਵਰਬ ਕਿਹਾ ਜਾਂਦਾ ਹੈ। ਆਓ ਇਸ ਨੂੰ ਹੁਣ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਮਝਦੇ ਹਾਂ ਵੀ ਸੈਂਟੈਂਸ ਸਟਰਕਚਰ ਅਸੀਂ ਕਿਵੇਂ ਜੋ ਹੈ ਕਰਦੇ ਹੁੰਦੇ ਹਾਂ। ਦੇਖੋ ਅਗਰ ਅਸੀਂ ਗੱਲ ਕਰੀਏ ਪੰਜਾਬੀ ਦੀ ਤਾਂ ਇੱਕ ਵਾਕ ਹੈ, ਅਸੀਂ ਰੋਟੀ ਖਾ ਰਹੇ ਹਾਂ। ਇਹਦੇ ਵਿੱਚ ਅਸੀਂ ਜੋ ਹੈ ਉਹ ਸਬਜੈਕਟ ਹੈ, ਯਾਨੀ ਕਿ ਜੋ ਕੰਮ ਜਾਂ ਐਕਸ਼ਨ ਕਰਨ ਵਾਲੇ ਨੇ, ਠੀਕ ਹੈ, ਜੋ ਐਕਸ਼ਨ ਜਾਂ ਕੰਮ ਕਰ ਰਿਹਾ ਹੈ ਉਸ ਨੂੰ ਅਸੀਂ ਸਬਜੈਕਟ ਕਾਊਂਟ ਕਰਨਾ ਹੈ। ਜੋ ਰੋਟੀ ਹੈ ਉਸ ਨੂੰ ਖਾਇਆ ਜਾ ਰਿਹਾ ਹੈ, ਇਟ ਮੀਨਸ ਰੋਟੀ ਦੇ ਉੱਪਰ ਜੋ ਹੈ ਐਕਸ਼ਨ ਹੋ ਰਿਹਾ ਹੈ, ਕੋਈ ਕੰਮ ਜੋ ਹੈ ਉਹ ਰੋਟੀ ਦੇ ਉੱਪਰ ਹੋ ਰਿਹਾ ਹੈ, ਤਾਂ ਜੋ ਰੋਟੀ ਹੈ ਉਹ ਆਬਜੈਕਟ ਹੈ। ਖਾ ਰਹੇ ਹਾਂ, ਇਹ ਜੋ ਹੈ ਕੰਮ ਹੈ, ਇਹ ਐਕਸ਼ਨ ਹੈ ਜੋ ਕਿ ਹੋ ਰਿਹਾ ਹੈ, ਤਾਂ ਇਹ ਜੋ ਹੈ ਵਰਬ ਹੈ। ਹੁਣ ਪੰਜਾਬੀ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਜਦੋਂ ਅਸੀਂ ਸੈਂਟੈਂਸ ਦੀ ਮਤਲਬ ਕੰਸਟਰਕਸ਼ਨ ਕੀਤੀ ਹੈ ਜਾਂ ਸੈਂਟੈਂਸ ਸਟਰਕਚਰ ਬਣਾਇਆ ਹੈ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖੋ, ਅਸੀਂ ਦੇ ਥੱਲੇ ਮੈਂ ਲਿਖਿਆ ਹੈ ਐਸ ਤੋਂ ਭਾਵ ਕੀ ਹੈ ਸਬਜੈਕਟ, ਰੋਟੀ ਕੀ ਹੈ ਆਬਜੈਕਟ ਤੇ ਮੈਂ ਲਿਖਿਆ ਕੈਪੀਟਲ O, ਤੇ ਖਾ ਰਹੇ ਹਾਂ ਇਹਦੇ ਥੱਲੇ ਮੈਂ ਲਿਖਿਆ V, ਕੈਪੀਟਲ V, ਠੀਕ ਹੈ। ਸਬਜੈਕਟ ਪਲੱਸ ਆਬਜੈਕਟ ਪਲੱਸ ਵਰਬ। ਹਾਂਜੀ, ਇਸ ਤਰ੍ਹਾਂ ਧਿਆਨ ਨਾਲ ਨੋਟਿਸ ਕਰਨਾ ਕਿ ਜਦੋਂ ਅਸੀਂ ਪੰਜਾਬੀ ਦੇ ਵਿੱਚ ਕਿਸੇ ਵਾਕ ਨੂੰ ਬਣਾਉਂਦੇ ਹਾਂ ਤਾਂ ਸਬਜੈਕਟ ਪਲੱਸ ਆਬਜੈਕਟ ਪਲੱਸ ਵਰਬ ਇਸ ਫਾਰਮ ਦੇ ਵਿੱਚ ਲਿਖਿਆ ਜਾਂਦਾ ਹੈ। ਅਸੀਂ ਹੋ ਗਿਆ ਸਬਜੈਕਟ, ਰੋਟੀ ਹੋ ਗਿਆ ਆਬਜੈਕਟ, ਖਾ ਰਹੇ ਹਾਂ ਇਹ ਹੋ ਗਿਆ ਵਰਬ। ਤਾਂ ਸਬਜੈਕਟ ਪਲੱਸ ਆਬਜੈਕਟ ਪਲੱਸ ਵਰਬ, ਇਹ ਜੋ ਹੈ ਸੈਂਟੈਂਸ ਅਗਰ ਅਸੀਂ ਸਟਰਕਚਰ ਕਰਨਾ ਹੁੰਦਾ ਹੈ ਪੰਜਾਬੀ ਦੇ ਵਿੱਚ ਤਾਂ ਅਸੀਂ ਇੱਦਾਂ ਦਾ ਜੋ ਹੈ ਮਤਲਬ ਮੈਥਡ ਯੂਜ਼ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਫਿਰ ਆਬਜੈਕਟ ਆਉਂਦਾ ਹੈ ਤੇ ਫਿਰ ਵਰਬ ਆਉਂਦੀ ਹੈ। ਹੁਣ ਗੱਲ ਕਰਦੇ ਹਾਂ ਇੰਗਲਿਸ਼ ਦੇ ਵਿੱਚ, ਜ਼ਰਾ ਧਿਆਨ ਨਾਲ ਦੇਖਣਾ। ਅਗਰ ਮੈਂ ਇਸੀ ਸੈਂਟੈਂਸ ਨੂੰ, ਇਸੀ ਵਾਕ ਨੂੰ ਇੰਗਲਿਸ਼ ਦੇ ਵਿੱਚ ਲਿਖਦਾ ਹਾਂ, ਆਈ ਈਟ ਫੂਡ, ਅਸੀਂ ਰੋਟੀ ਖਾ ਰਹੇ ਹਾਂ, ਠੀਕ ਹੈ। ਅਸੀਂ ਨੂੰ ਤੁਸੀਂ ਮੈਂ ਵੀ ਕਾਊਂਟ ਕਰ ਸਕਦੇ ਹੋ ਜਾਂ ਮਤਲਬ 2-4 ਬੰਦੇ ਵੀ ਕਾਊਂਟ ਕਰ ਸਕਦੇ ਹੋ। ਤਾਂ ਇਸ ਨੂੰ ਮੈਂ ਇੰਗਲਿਸ਼ ਦੇ ਵਿੱਚ ਲਿਖਿਆ ਹੈ ਆਈ ਈਟ ਫੂਡ, ਇਹ ਇੱਥੇ ਅਸੀਂ ਇਹ ਵੀ ਲਿਖ ਸਕਦੇ ਹਾਂ ਵੀ ਵੀ ਈਟ ਫੂਡ, ਠੀਕ ਹੈ ਜੀ, ਵੀ ਈਟ ਫੂਡ ਜਾਂ ਆਈ ਈਟ ਫੂਡ। ਪਰ ਇੱਥੇ ਧਿਆਨ ਦੇਣ ਵਾਲੀ ਜੋ ਗੱਲ ਹੈ ਨਾ, ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਸੈਂਟੈਂਸ ਸਟਰਕਚਰ ਕਰ ਰਹੇ ਹਾਂ ਤਾਂ ਆਈ ਜੋ ਹੈ ਉਹ ਹੋ ਗਿਆ ਸਬਜੈਕਟ, ਠੀਕ ਹੈ, ਆਈ ਜੋ ਹੈ ਉਹ ਹੋ ਗਿਆ ਸਬਜੈਕਟ। ਪਰ ਹੁਣ ਪੰਜਾਬੀ ਦੇ ਵਿੱਚ ਸਬਜੈਕਟ ਤੋਂ ਬਾਅਦ ਆਇਆ ਸੀ ਆਬਜੈਕਟ, ਠੀਕ ਹੈ, ਰੋਟੀ। ਪਰ ਇੱਥੇ ਇੰਗਲਿਸ਼ ਦੇ ਵਿੱਚ ਸਬਜੈਕਟ ਤੋਂ ਬਾਅਦ ਆ ਰਿਹਾ ਹੈ ਈਟ, ਜੋ ਕਿ ਹੈ ਈਟ ਦਾ ਮੀਨਿੰਗ ਕੀ ਹੁੰਦਾ ਹੈ ਖਾਣਾ, ਵੀ ਕਿਸੇ ਚੀਜ਼ ਨੂੰ ਅਸੀਂ ਖਾਂਦੇ ਪਏ ਹਾਂ, ਠੀਕ ਹੈ।
ਤਾਂ ਈਟ ਹੋ ਗਿਆ ਬੱਚਿਓ ਵਰਬ। ਤਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਡਿਫਰੈਂਸ ਕੀ ਆ ਰਿਹਾ ਹੈ ਵੀ ਪੰਜਾਬੀ ਦੇ ਵਿੱਚ ਜਦੋਂ ਅਸੀਂ ਵਾਕ ਬਣਾਉਂਦੇ ਹਾਂ ਸਬਜੈਕਟ ਤੋਂ ਬਾਅਦ ਆਉਂਦਾ ਹੈ ਆਬਜੈਕਟ, ਪਰ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਸੈਂਟੈਂਸ ਬਣਾਉਂਦੇ ਹਾਂ ਤਾਂ ਸਬਜੈਕਟ ਤੋਂ ਬਾਅਦ ਆਉਂਦੀ ਹੈ ਵਰਬ ਤੇ ਵਰਬ ਤੋਂ ਬਾਅਦ ਆਉਂਦਾ ਹੈ ਆਬਜੈਕਟ। ਇੱਥੇ ਜੋ ਫੂਡ ਹੈ ਉਹ ਆਬਜੈਕਟ ਹੈ, ठीक है। फूड हो गया जो रोटी है ਜਾਂ जो खाना है, ठीक है। ਤੇ ਈਟ ਹੋ ਗਿਆ ਉਸਨੂੰ ਅਸੀਂ ਖਾਂਦੇ ਪਏ ਹਾਂ। ਤਾਂ ਈਟ ਜੋ ਹੈ ਉਹ ਵਰਬ ਹੈ। ਸਬਜੈਕਟ ਤੋਂ ਬਾਅਦ ਵਰਬ ਆਉਂਦੀ ਹੈ, ਵਰਬ ਤੋਂ ਬਾਅਦ ਆਬਜੈਕਟ ਆਉਂਦਾ ਹੈ ਇੰਗਲਿਸ਼ ਦੇ ਸੈਂਟੈਂਸ ਸਟਰਕਚਰ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ ਵੀ ਪੰਜਾਬੀ ਦੇ ਵਿੱਚ ਵਾਕ ਜਦੋਂ ਅਸੀਂ ਲਿਖਦੇ ਹਾਂ ਤੇ ਇੰਗਲਿਸ਼ ਦੇ ਵਿੱਚ ਸੈਂਟੈਂਸ ਬਣਾਉਂਦੇ ਹਾਂ, ਦੋਵਾਂ 'ਚ ਡਿਫਰੈਂਸ ਕੀ ਹੈ। ਪੰਜਾਬੀ ਦੇ ਵਿੱਚ ਸਬਜੈਕਟ ਤੋਂ ਬਾਅਦ ਆਬਜੈਕਟ ਆਉਂਦਾ ਹੈ, ਆਬਜੈਕਟ ਤੋਂ ਬਾਅਦ ਵਰਬ ਆਉਂਦੀ ਹੈ। ਤੇ ਇੰਗਲਿਸ਼ ਦੇ ਵਿੱਚ ਕੀ ਹੈ, ਇੰਗਲਿਸ਼ ਦੇ ਵਿੱਚ ਸਬਜੈਕਟ ਤੋਂ ਬਾਅਦ ਵਰਬ ਆਉਂਦੀ ਹੈ ਤੇ ਵਰਬ ਤੋਂ ਬਾਅਦ ਆਬਜੈਕਟ ਆਉਂਦਾ ਹੈ। ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਹਾਂਜੀ, ਹੁਣ देखो ये जो है मैं जो है थल्ले लिखा भी है इन इंग्लिश सेंटेंस स्ट्रक्चर सब्जेक्ट प्लस वर्ब प्लस ऑब्जेक्ट। तो ये जो है ਤੁਸੀਂ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਫਾਰਮੂਲਾ ਵੀ ਹੈ ਜੋ ਤੁਸੀਂ ਕਿਸੇ ਵੀ ਸੈਂਟੈਂਸ ਨੂੰ ਬਣਾਉਂਦੇ ਹੋਏ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ ਵੀ ਸਭ ਤੋਂ ਪਹਿਲਾਂ ਸਬਜੈਕਟ, ਫਿਰ ਉਸ ਤੋਂ ਬਾਅਦ ਵਰਬ ਤੇ ਫਿਰ ਆਬਜੈਕਟ ਇੰਗਲਿਸ਼ ਦੇ ਸੈਂਟੈਂਸ ਸਟਰਕਚਰ ਦੇ ਵਿੱਚ। ਹਾਂਜੀ, ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਜੀ। ਦੇਖੋ ਅਸੀਂ ਪੜ੍ਹਨਾ ਹੈ ਟੈਂਸਿਸ, ਲੇਕਿਨ ਟੈਂਸਿਸ ਤੋਂ ਪਹਿਲਾਂ ਤਿੰਨ ਚੀਜ਼ਾਂ ਦੇ ਬਾਰੇ ਜੋ ਹੈ ਸਾਨੂੰ मतलब जो है नॉलेज होनी जरूरी है। एक तो हो गया देखो सेंटेंस स्ट्रक्चर जो कि असी समझ लिया है। हुण सैकेंड है फॉर्म ऑफ वर्ब। हुण ये वर्ब की हुंदी है, वर्ब बारे असी पहला भी गल कर लिया है, गल कर ली है भी जो काम हो रहा है, जो एक्शन हो रहा है उसनू असी वर्ब कहते हाँ। इस दियां तीन फॉर्म हुंदियां ने, एक तो प्रेजेंट फॉर्म हुंदी है, एक पास्ट हुंदी है ते एक पास्ट पार्टिसिपल हुंदी है। ਤੇ ਇਹਨਾਂ ਨੂੰ ਅਸੀਂ ਜੋ ਪ੍ਰੈਜ਼ੈਂਟ ਫਾਰਮ ਹੈ ਉਸ ਨੂੰ ਅਸੀਂ ਬੇਸ ਫਾਰਮ ਜਾਂ ਫਰਸਟ ਫਾਰਮ ਵੀ ਕਹਿੰਦੇ ਹਾਂ। ਤੇ ਜੋ ਪਾਸਟ ਫਾਰਮ ਹੁੰਦੀ ਹੈ ਯਾਨੀ ਕਿ ਜੋ ਬੀਤ ਮਤਲਬ ਚੁੱਕਿਆ ਜੋ ਸਮਾਂ ਹੈ, ਠੀਕ ਹੈ, ਵੀ ਜਿਹੜਾ ਸਮਾਂ ਬੀਤ ਗਿਆ ਹੈ, ਤੇ ਪਾਸਟ ਵਾਲੀ ਫਾਰਮ ਨੂੰ ਅਸੀਂ ਸੈਕਿੰਡ ਫਾਰਮ ਵੀ ਕਹਿੰਦੇ ਹਾਂ ਵਰਬ ਦੀ। ਤੇ ਜਿਹੜੀ ਪਾਸਟ ਪਾਰਟੀਸਿਪਲ ਹੁੰਦੀ ਹੈ ਉਸ ਨੂੰ ਅਸੀਂ ਥਰਡ ਫਾਰਮ ਵੀ ਕਹਿੰਦੇ ਹਾਂ ਵਰਬ ਦੀ। ਇਹਦੇ ਮੈਂ ਦੋ ਐਗਜ਼ਾਮਪਲ ਥੱਲੇ ਲਿਖੇ ਹੋਏ ਹੈ, ਤੁਸੀਂ ਵੇਖ ਸਕਦੇ ਹੋ। हाँ जी, पहला है ड्रिंक। ये जो है प्रेजेंट फॉर्म है। ड्रिंक का मीनिंग की होंगे पीना। किसी भी लिक्विड नू अगर असी पींदे हाँ तो उसनू ड्रिंक करना किया जाता है। हाँ जी, इस तो बाद इसकी जो सैकेंड फॉर्म है यानी कि पास्ट फॉर्म है वो है ड्रैंक। तो थर्ड फॉर्म है पास्ट पार्टिसिपल, वो है ड्रंक। इदा ही एक वर्ब होंदी है जिसकी कि प्रेजेंट फॉर्म होंदी है ईट। ईट मीनस खाना, भी कोई चीज़ जो है अगर खाते पे हाँ असी। इसकी सैकेंड फॉर्म होंदी है पास्ट फॉर्म होंदी है एट, तो इसकी पास्ट पार्टिसिपल फॉर्म होंदी है थर्ड फॉर्म होंदी है ईटन। आई होप कि तुहानू ये समझ आ गया होना है। इदा दे वर्ब्स कई सारे होंदे, मतलब कई सारी जो है वर्ब्स होंदियां ने वो सानू रिमेंबर करनियां पैंदियां हैं, याद रखनियां पैंदियां हैं दिमाग दे विच। तो तुसी अपनी बुक्स दे विचों तुसी उन्हां नू पढ़ सकते हो, ठीक है। मैं इत्थे दो तुहानू एग्जाम्पल दिते हैं बस भी प्रेजेंट फॉर्म की है, पास्ट फॉर्म की है, पास्ट पार्टिसिपल फॉर्म की है, ड्रिंक और ईट दी। ये मैं तुहानू जो है दस दिता है। हुण अगे असीं गल करनी है जी इसनू असी इदा भी कह सकते हैं भी ग्रामर दे विच मतलब ग्रामैटिकल परसनस जो है, ठीक है, इंग्लिश ग्रामर दे विच जो परसनस हैं उन्होंने असी तीन कैटेगरीज दे विच डिवाइड किया होया है। एक तो है जी फर्स्ट परसन, एक है सैकेंड परसन, तो एक है थर्ड परसन। देखो हाले तक असी टेंसेस नू पढ़न तो पहला दो चीज़ां डिस्कस कीतियां हैं। एक तो सी सेंटेंस स्ट्रक्चर सब्जेक्ट प्लस वर्ब प्लस ऑब्जेक्ट, ठीक है, ये आपां पढ़ लिया। फिर असी फॉर्म ऑफ वर्ब की हुंदी है प्रेजेंट पास्ट पास्ट पार्टिसिपल, इहदे बारे जो है स्टडी कर लिया है। हुण असी ग्रामैटिकल परसन की हुंदा है इंग्लिश ग्रामर दे अंदर, इसनू जो है हुण समझना है। तो इस तो बाद असी बस टेंसेस जो है स्टार्ट करांगे। ये तीन चीज़ां समझनियां पहले जरूरी होंदियां ने टेंसेस नू करन तो पहला। हाँ जी, फर्स्ट परसन दे विच जो असी यूज़ करते हाँ वो हुंदा है आई मी वी। आई मी वी तो भाव की है भी असी
अगर अपने बारे गल कर रहे हाँ या अपने साथियों के बारे गल कर रहे हाँ भी जो साढ़े सर्कल दे विच इस टाइम मौजूद ने, ठीक है, आई मी वी, भी अगर साडी गल हो रही है यानी कि असी अपने बारे ही गल कर रहे हाँ तो उसनू असी जो है इंग्लिश दे अंदर फर्स्ट परसन कहने हाँ। सैकेंड परसन क्यों, सैकेंड परसन कौन होंदा है? सैकेंड परसन होंदा है भी जो सामने वाला है, ठीक है, भी जिसनू कोई गल दसी जा रही है। जिमें कि मतलब मैं तुहानू टेंसेस समझा रहा हाँ तो तुसी जो है इस टाइम ते मेरे वास्ते जो है सैकेंड परसन हो गए ते मैं जो है वो फर्स्ट परसन हाँ। यू जो हुंदा है वो सैकेंड परसन वास्ते असी यूज़ करते हाँ भी जिसनू कोई गल दसी जा रही है उसनू सैकेंड परसन जो है किया जाता है। जो गल दस रहा हुंदा है वो फर्स्ट परसन हुंदा है ते जिसनू गल दस रहा हुंदा है, जिसनू गल सुना रहा हुंदा है वो सैकेंड परसन हुंदा है। ते थर्ड परसन कौन हुंदा है? थर्ड परसन हुंदा है भी जिस दे बारे गल कीती जा रही है भी वो जो है मतलब फर्स्ट ते सैकेंड परसन तो इलावा जो होर कोई भी होएगा, ठीक है, उसनू असी थर्ड परसन कह सकते हाँ। जिदे बारे गल कीती जा रही है इदा भी कह सकते हाँ। तो अगर सिंपल जो है तुसी समझना है इसनू तो इदा समझ सकते हैं भी फर्स्ट परसन ते सैकेंड परसन तो इलावा जो परसन हुंदे ने उसनू असी थर्ड परसन कहने हाँ, ठीक है, भी सानू ते तुहानू छोड़ के बाकी जो भी मतलब परसन होएगा, ठीक है, उसनू जो है थर्ड परसन किया जाता है जिस दे बारे गल हो रही होंदी है। ही शी दे इट जां किसी का ना अगर असी ले लिए दिलप्रीत सिंह कह लिए या मोहन कह लिए या किसी भी परसन का ना ले लिए, ठीक है, लेडी का होए चाहे जेंट्स का होए वो सारे थर्ड परसन दे विच आ जाते हैं। ही शी दे इट। हाँ जी, हुण असी गल करते हैं जी टेंसिस की। पहला टेंसिस नू पढ़न तो पहला जो इन्हां दियां फॉर्म्स ने उन्होंने असी जो है डिस्कस कर लेने हाँ। हाँ जी, तुहाडे सामने एक टेबल नज़र आ रहा होना है। इस दे विच लैफ्ट जो कॉलम है उसते सिंपल कंटीन्यूअस परफेक्ट परफेक्ट कंटीन्यूअस, सिंपल कंटीन्यूअस परफेक्ट ते परफेक्ट कंटीन्यूअस ये जो है लिखा हुआ है। ये जो है टेंसिस दी फॉर्म्स ने सिंपल कंटीन्यूअस परफेक्ट परफेक्ट कंटीन्यूअस। ते टेंसिस दे जो टाइप्स ने वो असी पहला भी डिस्कस कर चुके हैं। प्रेजेंट, पास्ट, फ्यूचर। प्रेजेंट भी जो समा चल रहा है, पास्ट जो समा बीत गया है, फ्यूचर जो आने वाला समा है। हाँ जी, लैफ्ट जो कॉलम है उस जो फर्स्ट जो फॉर्म है सिंपल, इसका सिंपल अगर असी उठाने तो जो फर्स्ट जो टाइप है प्रेजेंट, इसनू अगर असी उठाने तो बनूगा सिंपल प्रेजेंट। देखो सिंपल फॉर्म नू मैं पहले ही दसदा इनडेफिनेट भी किया जाता है। कुछ बच्चों को कन्फ्यूजन हो जाती है भी इनडेफिनेट भी कुछ अलग है, नहीं, जो इनडेफिनेट है वही सिंपल फॉर्म है। इनडेफिनेट सिंपल फॉर्म की होंदी है ये अगे असी हुणे डिस्कस करांगे असी। हाँ जी, तो एक बारी मैं रिपीट करदा भी सिंपल फॉर्म ते इनडेफिनेट फॉर्म ये दोवें जो है सेम ने। हाँ जी, फर्स्ट असी जो है सिंपल प्रेजेंट बनाया लैफ्ट कॉलम दे सिंपल वाली फॉर्म नू यूज़ करके ते प्रेजेंट वाला जो टेंस का जो टाइप है उसका यूज़ करके। इस तो बाद मैं तुहानू दिखा देना हाँ। हाँ जी, ए वाले सिंपल दा ते ए वाले प्रेजेंट का यूज़ करके असी बनाया है सिंपल प्रेजेंट। फिर सिंपल ते पास्ट इहदा यूज़ करके असी बनाया है सिंपल पास्ट। हाँ जी, फिर असी सिंपल ते फ्यूचर इहदा यूज़ करके असी बनाया है सिंपल फ्यूचर। इदा ही कंटीन्यूअस, कंटीन्यूअस के नाल असी प्रेजेंट का यूज़ करके बनाया है प्रेजेंट कंटीन्यूअस। तो कंटीन्यूअस के नाल पास्ट का यूज़ करके असी बनाया है पास्ट कंटीन्यूअस। तो कंटीन्यूअस के नाल फ्यूचर का यूज़ करके फ्यूचर कंटीन्यूअस। तो इदा जो है तुसी देख सकते हो टेंसिस दी वक जो फॉर्म्स ने सिंपल प्रेजेंट, सिंपल पास्ट, सिंपल फ्यूचर, प्रेजेंट कंटीन्यूअस, पास्ट कंटीन्यूअस, फ्यूचर कंटीन्यूअस, प्रेजेंट परफेक्ट, पास्ट परफेक्ट ते फ्यूचर परफेक्ट,
ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ, ਪਾਸਟ ਪਰਫੈਕਟ ਕੰਟੀਨਿਊਅਸ ਤੇ ਫਿਊਚਰ ਪਰਫੈਕਟ ਕੰਟੀਨਿਊਅਸ। ਹੁਣ ਅਸੀਂ ਵਾਰੀ-ਵਾਰੀ ਜੋ ਹੈ ਇਹਨਾਂ ਨੂੰ ਡਿਸਕਸ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਜੋ ਸਿੰਪਲ ਫਾਰਮ ਹੈ, ਜੋ ਇਨਡੈਫੀਨਿਟ ਫਾਰਮ ਹੈ, ਉਸ ਨੂੰ ਅਸੀਂ ਡਿਸਕਸ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਹੈ ਜੀ ਸਿੰਪਲ ਪ੍ਰੈਜ਼ੈਂਟ ਟੈਂਸ, ਜਿਸ ਨੂੰ ਕਿ ਅਸੀਂ ਇਨਡੈਫੀਨਿਟ ਪ੍ਰੈਜ਼ੈਂਟ ਟੈਂਸ ਵੀ ਕਹਿ ਸਕਦੇ ਹਾਂ, ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਵੀ ਕਹਿ ਸਕਦੇ ਹਾਂ। ਦੇਖੋ ਜੋ ਵਰਡ ਹੈ ਨਾ ਇਨਡੈਫੀਨਿਟ, ਇਨਡੈਫੀਨਿਟ ਤੋਂ ਭਾਵ ਕੀ ਹੈ ਵੀ ਸਾਨੂੰ ਇਸ ਦਾ ਜੋ ਐਗਜ਼ੈਕਟ ਜੋ ਸਮਾਂ ਹੈ ਉਸ ਦੇ ਬਾਰੇ ਨਹੀਂ ਪਤਾ ਹੈ, ਵੀ ਕੋਈ ਕੰਮ ਹੋਇਆ ਹੈ, ਕੋਈ ਐਕਸ਼ਨ ਹੋਇਆ ਹੈ, ਉਹ ਕਦੋਂ ਹੋਇਆ ਹੈ, ਸਾਨੂੰ ਉਸ ਦਾ ਐਗਜ਼ੈਕਟ ਸਮਾਂ ਨਹੀਂ ਪਤਾ ਹੈ। ਉਹ ਮਤਲਬ ਬਸ ਉਹ ਕੰਮ ਹੋਇਆ ਹੈ, ਸਾਨੂੰ ਇਤਨਾ ਪਤਾ ਹੈ, ਠੀਕ ਹੈ। ਇਨਡੈਫੀਨਿਟ ਕੀ ਹੁੰਦਾ ਹੈ ਵੀ ਜੋ ਡੈਫੀਨਿਟ ਨਹੀਂ ਹੈ। ਡੈਫੀਨਿਟ ਤੋਂ ਭਾਵ ਕੀ ਹੈ ਵੀ ਕੋਈ ਚੀਜ਼ ਦੇ ਬਾਰੇ ਕੋਈ ਸਮਾਂ ਜੋ ਹੈ ਡਿਫਾਈਨ ਨਹੀਂ ਹੈ, ਇਨਡੈਫੀਨਿਟ। ਪ੍ਰੈਜ਼ੈਂਟ ਇਨਡੈਫੀਨਿਟ ਵੀ ਪ੍ਰੈਜ਼ੈਂਟ ਤਾਂ ਹੈ, ਵੀ ਵਰਤਮਾਨ ਦੇ ਵਿੱਚ ਤਾਂ ਹੈ, ਵੀ ਹੁਣ ਇਸੇ ਸਮੇਂ ਦੇ ਵਿੱਚ ਹੀ ਹੋਇਆ ਹੈ, ਪਰ ਕਦੋਂ ਹੋਇਆ ਹੈ ਇਹ ਸਾਨੂੰ ਜੋ ਹੈ ਡਿਫਾਈਨ ਨਹੀਂ ਹੈ। ਜਿਵੇਂ ਦੇਖੋ ਇਹਦੇ ਵਿੱਚ ਕਿਹੜੇ ਮਤਲਬ ਚੀਜ਼ਾਂ ਆਉਂਦੀਆਂ ਨੇ। ਇੱਕ ਤਾਂ ਦੇਖੋ ਜਿਵੇਂ ਫੈਕਟਸ ਹੋ ਗਏ। ਫੈਕਟਸ ਤੋਂ ਭਾਵ ਕੀ ਹੈ ਵੀ ਜੋ ਚੀਜ਼ਾਂ ਜਨਰਲ ਟਰੂਥ ਨੇ, ਜੋ ਸਧਾਰਨ ਸੱਚ ਨੇ, ਉਹ ਚੀਜ਼ਾਂ ਆ ਜਾਂਦੀਆਂ ਨੇ, ਠੀਕ ਹੈ। ਇਸ ਤੋਂ ਇਲਾਵਾ ਜੋ ਹੈਬਿਟਸ ਹੁੰਦੀਆਂ ਨੇ, ਮਤਲਬ ਜੋ ਇਨਸਾਨਾਂ ਦੀਆਂ ਆਦਤਾਂ ਹੋ ਗਈਆਂ, ਠੀਕ ਹੈ। ਇਸ ਤੋਂ ਇਲਾਵਾ ਜੋ ਰੂਟੀਨਸ ਹੁੰਦੀਆਂ ਨੇ, ਵੀ ਜੋ ਕੰਮ ਅਸੀਂ ਡੇਲੀ ਹੀ ਕਰਦੇ ਹਾਂ, ਵੀ ਉਸ 'ਚ ਕੁਝ ਨਵਾਂ ਨਹੀਂ ਹੈ, ਉਹ ਕੰਮ ਡੇਲੀ ਹੀ ਹੁੰਦੇ ਨੇ। ਤਾਂ ਇੱਦਾਂ ਦੀ ਜੋ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਵਿੱਚ ਆ ਜਾਂਦੀਆਂ ਨੇ। ਪਹਿਲਾ ਜੋ ਐਗਜ਼ਾਮਪਲ ਹੈ ਉਹ ਹੈ ਫੈਕਟ ਦਾ ਜਾਂ ਜਨਰਲ ਟਰੂਥ ਦਾ। ਇਹਦੇ ਵਿੱਚ ਕੀ ਹੈ, ਧਰਤੀ ਸੂਰਜ ਦੇ ਚੱਕਰ ਲਾਉਂਦੀ ਹੈ, ਵੀ ਜੋ ਦ ਅਰਥ ਰਿਵੋਲਵਸ ਅਰਾਊਂਡ ਦ ਸਨ, ਵੀ ਜੋ ਧਰਤੀ ਹੈ ਉਹ ਸੂਰਜ ਦੇ ਚੱਕਰ ਲਾਉਂਦੀ ਹੈ। ਤਾਂ ਇਹ ਫੈਕਟ ਹੈ, ਇਹ ਜਨਰਲ ਟਰੂਥ ਹੈ। ਇਸ ਤੋਂ ਬਾਅਦ ਅਸੀਂ ਰੋਜ਼ ਸੈਰ ਕਰਦੇ ਹਾਂ, ਇਹ ਇੱਕ ਹੈਬਿਟ ਹੈ, ਇੱਕ ਆਦਤ ਹੈ, ਠੀਕ ਹੈ। ਅਸੀਂ ਰੋਜ਼ ਸੈਰ ਕਰਦੇ ਹਾਂ। ਵੀ ਗੋ ਫॉर ਵਾਕ ਡੇਲੀ, ਅਸੀਂ ਰੋਜ਼ ਸਕੂਲ ਜਾਂ ਦਫ਼ਤਰ ਜਾਂਦੇ ਹਾਂ, ਇਹ ਰੂਟੀਨ ਹੈ, ਇਹ ਕੰਮ ਡੇਲੀ ਹੀ ਹੁੰਦਾ ਹੈ। ਅਸੀਂ ਰੋਜ਼ ਸਕੂਲ ਜਾਂ ਦਫ਼ਤਰ ਜਾਂਦੇ ਹਾਂ। ਵੀ ਗੋ ਟੂ ਸਕੂਲ ਔਰ ਆਫਿਸ ਡੇਲੀ। ਡੇਲੀ ਤਾਂ ਚਲੋ ਰੋਜ਼ ਮਤਲਬ ਜੋ ਹੈ ਉਹਦੇ ਵਾਸਤੇ ਯੂਜ਼ ਕੀਤਾ ਹੈ। ਹੁਣ ਇਸ ਨੂੰ ਸਮਝਦੇ ਹਾਂ ਜੀ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ, ਮਤਲਬ ਅਸੀਂ ਇਸ ਨੂੰ ਸੈਂਟੈਂਸ ਸਟਰਕਚਰ ਅਸੀਂ ਕਿੱਦਾਂ ਕਰਨਾ ਹੈ। ਦੇਖੋ ਜਿਵੇਂ ਸੈਂਟੈਂਸ ਹੈ, ਮੈਂ ਵੀਡੀਓ ਵੇਖਦਾ ਹਾਂ, ਮੈਂ ਵੀਡੀਓ ਵੇਖਦਾ ਹਾਂ। ਹੁਣ ਇਹ ਵੀਡੀਓ ਕਿਸ ਸਮੇਂ ਵੇਖੀ ਜਾ ਰਹੀ ਹੈ, ਸਮੇਂ ਬਾਰੇ ਕੁਝ ਡਿਫਾਈਨ ਨਹੀਂ ਕੀਤਾ ਗਿਆ ਹੈ, ਠੀਕ ਹੈ। ਵੀ ਇਹ ਵੀਡੀਓ ਕਦੋਂ ਵੇਖੀ ਜਾ ਰਹੀ ਹੈ, ਕੁਝ ਡਿਫਾਈਨ ਨਹੀਂ ਹੈ, ਬਸ ਮੈਂ ਵੀਡੀਓ ਵੇਖਦਾ ਹਾਂ। ਤਾਂ ਜਦੋਂ ਅਸੀਂ ਇਸ ਨੂੰ ਬਣਾਉਣਾ ਹੈ, ਮਤਲਬ ਟੈਂਸ ਇਹਦਾ ਜੋ ਹੈ ਬਣਾਉਣਾ ਹੈ, ਸੈਂਟੈਂਸ ਸਟਰਕਚਰ ਕਰਨਾ ਹੈ, ਤਾਂ ਕਿੱਦਾਂ ਕਰਾਂਗੇ। ਦੇਖੋ ਮੈਂ ਦੀ ਜੋ ਇੰਗਲਿਸ਼ ਹੁੰਦੀ ਹੈ ਉਹ ਹੁੰਦੀ ਹੈ ਆਈ, ਵੀਡੀਓ ਨੂੰ ਅਸੀਂ ਲਿਖਦੇ ਹਾਂ ਵੀਡੀਓਜ਼, ਤੇ ਵੇਖਦਾ ਹਾਂ ਜੋ ਹੈ ਉਹ ਤੁਹਾਡੀ ਵਰਬ ਹੈ, ਯਾਨੀ ਕਿ ਜੋ ਕੰਮ ਹੋ ਰਿਹਾ ਹੈ, ਜੋ ਐਕਸ਼ਨ ਹੋ ਰਿਹਾ ਹੈ। ਤਾਂ ਵੇਖਦਾ ਹਾਂ ਮੀਨਸ ਕਿ ਵਾਚ ਜੋ ਹੈ ਅਸੀਂ ਇੰਗਲਿਸ਼ ਦੇ ਵਿੱਚ ਯੂਜ਼ ਕਰਦੇ ਹਾਂ ਕਿਸੇ ਚੀਜ਼ ਨੂੰ ਵੇਖਣ ਵਾਸਤੇ। ਹੁਣ ਇਹ ਟੈਂਸ ਸਿੰਪਲ ਪ੍ਰੈਜ਼ੈਂਟ ਟੈਂਸ ਹੀ ਕਿਉਂ ਹੈ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਹੀ ਕਿਉਂ ਹੈ, ਇਹ ਸਾਨੂੰ ਕਿੱਦਾਂ ਪਤਾ ਚੱਲ ਰਿਹਾ ਹੈ। ਦੇਖੋ ਇੱਕ ਤਾਂ ਇਹਨਾਂ ਦੀ ਪਹਿਚਾਣ ਇਹ ਹੈ ਵੀ ਇਹਨਾਂ ਦੇ ਪਿੱਛੇ ਜਦੋਂ ਇਹ ਖ਼ਤਮ ਹੁੰਦੇ ਹੈ ਨਾ, ਤਾਂ ਦਾ ਹੈ, ਦੇ ਹੈ, ਦੀ ਹੈ ਜਾਂ ਦੇ ਹਨ, ਇੱਦਾਂ ਦੇ ਮਤਲਬ ਜੋ ਹੈ ਸ਼ਬਦ ਇਸਤੇਮਾਲ ਹੁੰਦੇ ਨੇ। ਦੇਖੋ ਮੈਂ ਵੀਡੀਓ ਵੇਖਦਾ ਹਾਂ, ਦੇਖੋ ਆ ਗਿਆ ਨਾ ਦਾ, ਤਾਂ ਇਸ ਤੋਂ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਜੋ ਹੈ ਸਿੰਪਲ ਪ੍ਰੈਜ਼ੈਂਟ ਟੈਂਸ ਹੈ। ਬਾਕੀ ਹੋਰ ਕੀ ਚੀਜ਼ ਹੈ ਵੀ ਦੇਖੋ ਮੈਂ ਵੀਡੀਓ ਵੇਖਦਾ ਹਾਂ, ਹੁਣ ਸਮਾਂ ਤਾਂ ਡਿਫਾਈਨ ਨਹੀਂ ਹੈ ਨਾ ਵੀ ਇਹ ਵੀਡੀਓ ਕਦੋਂ ਦੇਖੀ ਜਾ ਰਹੀ ਹੈ। ਮੈਂ ਵੀਡੀਓ ਵੇਖਦਾ ਹਾਂ ਇੱਕ ਤਰ੍ਹਾਂ ਦਾ ਮਤਲਬ ਦੱਸਿਆ ਜਾ ਰਿਹਾ ਹੈ, ਆਪਣੀ ਇੱਕ ਰੂਟੀਨ ਬਾਰੇ ਦੱਸਿਆ ਜਾ ਰਿਹਾ ਹੈ ਵੀ ਹਾਂ ਮੈਂ ਵੀਡੀਓ ਦੇਖਦਾ ਹਾਂ, ਵੀ ਜੋ ਕੰਮ ਮੈਂ ਡੇਲੀ ਕਰਦਾ ਹਾਂ, ਰੂਟੀਨ ਦੇ ਵਿੱਚ ਕਰਦਾ ਹਾਂ, ਉਸ ਦੇ ਬਾਰੇ ਦੱਸਿਆ ਜਾ ਰਿਹਾ ਹੈ। ਤਾਂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਪ੍ਰੈਜ਼ੈਂਟ ਇਨਡੈਫੀਨਿਟ ਜਾਂ ਸਿੰਪਲ ਪ੍ਰੈਜ਼ੈਂਟ ਟੈਂਸ ਹੈ।
ਤੇ ਬਣਾਉਣਾ ਕਿੱਦਾਂ ਹੈ ਉਹ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਸਬਜੈਕਟ ਸਭ ਤੋਂ ਪਹਿਲਾਂ ਮੈਂ ਹੋ ਗਿਆ ਸਬਜੈਕਟ ਯਾਨੀ ਕਿ ਆਈ, ਤੇ ਉਸ ਤੋਂ ਬਾਅਦ ਵਰਬ ਆਉਂਦੀ ਹੈ। ਵਰਬ ਕੀ ਹੈ ਇੱਥੇ? ਵੇਖਦਾ ਹਾਂ, ਕਿਸੇ ਚੀਜ਼ ਨੂੰ ਵੇਖਿਆ ਜਾ ਰਿਹਾ ਨਾ, ਕੰਮ ਇੱਥੇ ਜੋ ਹੈ ਐਕਸ਼ਨ ਜੋ ਹੈ ਉਹ ਵੇਖਦਾ ਹਾਂ, ਇਹ ਐਕਸ਼ਨ ਹੈ। ਤਾਂ ਵੇਖਦਾ ਹਾਂ ਦੀ ਜੋ ਇੰਗਲਿਸ਼ ਹੁੰਦੀ ਹੈ, ਜੋ ਵਰਬ ਹੁੰਦੀ ਹੈ ਉਹ ਹੁੰਦੀ ਹੈ ਵਾਚ। ਤੇ ਵੀਡੀਓ ਜੋ ਹੈ ਵੀ ਜੋ ਚੀਜ਼ ਜਿਸ ਚੀਜ਼ ਦੇ ਉੱਪਰ ਕੰਮ ਹੋ ਰਿਹਾ ਹੈ, ਠੀਕ ਹੈ, ਉਸ ਨੂੰ ਅਸੀਂ ਆਬਜੈਕਟ ਕਹਿੰਦੇ ਹਾਂ। ਵੀਡੀਓ ਦੇ ਉੱਪਰ ਕੰਮ ਹੋ ਰਿਹਾ ਨਾ, ਵੀ ਵੀਡੀਓ ਵੇਖੀ ਜਾ ਰਹੀ ਹੈ, ਤਾਂ ਵੀਡੀਓ ਜੋ ਹੈ ਇੱਥੇ ਆਬਜੈਕਟ ਹੈ। ਤਾਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ, ਆਈ ਵਾਚ ਵੀਡੀਓਜ਼। ਹਾਂਜੀ, ਨੈਕਸਟ ਹੈ ਜੀ ਤੁਸੀਂ ਫੁੱਟਬਾਲ ਖੇਡਦੇ ਹੋ। ਦੇਖੋ जो आई वाला सी ਉਹ ਤਾਂ ਹੋ ਗਿਆ ਫਰਸਟ ਪਰਸਨ ਵਾਲਾ, ਠੀਕ ਹੈ। ਤੇ ਹੁਣ ਅਸੀਂ ਗੱਲ ਕਰਨੀ ਹੈ ਸੈਕਿੰਡ ਪਰਸਨ ਦੇ ਨਾਲ ਇਸੀ ਸਿੰਪਲ ਪ੍ਰੈਜ਼ੈਂਟ ਟੈਂਸ ਦੀ। ਹੁਣ ਇਹਦੇ ਵਿੱਚ ਮੈਂ ਲਿਖਤਾ ਹੈ ਵੀ ਤੁਸੀਂ ਫੁੱਟਬਾਲ ਖੇਡਦੇ ਹੋ। ਹੁਣ ਦੇਖੋ ਸਿੰਪਲ ਪ੍ਰੈਜ਼ੈਂਟ ਟੈਂਸ ਮੈਂ ਤੁਹਾਨੂੰ ਦੱਸਿਆ ਸੀ ਪਹਿਚਾਨਣ ਦਾ ਤਰੀਕਾ ਕੀ ਹੈ ਵੀ ਇਹ ਜੋ ਸੈਂਟੈਂਸਿਸ ਨੇ, ਇਹ ਜੋ ਵਾਕ ਨੇ ਉਹ ਦਾ ਹੈ, ਦੇ ਹੈ, ਦੀ ਹੈ, ਦੇ ਹਨ, ਇਹਨਾਂ ਤੇ ਖਤਮ ਹੁੰਦੇ ਨੇ। ਹੁਣ ਤੁਸੀਂ ਫੁੱਟਬਾਲ ਖੇਡਦੇ ਹੋ, ਇਹ ਜੋ ਵਾਕ ਹੈ ਉਹ ਦੇ ਹੋ ਤੇ ਖਤਮ ਹੋ ਰਿਹਾ, ਦੇ ਹੋ ਤੇ, ਠੀਕ ਹੈ। ਤਾਂ ਇਟ ਮੀਨਸ ਵੀ ਇਸੇ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਵੀ ਇਹ ਸਿੰਪਲ ਪ੍ਰੈਜ਼ੈਂਟ ਟੈਂਸ ਹੈ, ਠੀਕ ਹੈ। ਵੀ ਹੁਣ ਨਾਲੇ ਇੱਕ ਗੱਲ ਹੋਰ ਇੱਥੇ ਨੋਟਿਸ ਕਰਨਾ ਵੀ ਤੁਸੀਂ ਫੁੱਟਬਾਲ ਖੇਡਦੇ ਹੋ, ਵੀ ਹੁਣ ਇੱਥੇ ਨਾ ਇਹਨਾਂ ਨੇ ਕੋਈ ਸਮਾਂ ਨਹੀਂ ਦੱਸਿਆ ਹੈ ਵੀ ਕਦੋਂ ਖੇਡਦੇ ਹੋ, ਕੋਈ ਚੀਜ਼ ਸਮਾਂ ਜੋ ਹੈ ਉਹ ਡਿਫਾਈਨ ਨਹੀਂ ਹੈ। ਤਾਂ ਇਹ ਜੋ ਹੈ ਤੁਹਾਡਾ ਪ੍ਰੈਜ਼ੈਂਟ ਇਨਡੈਫੀਨੇਟ ਟੈਂਸ ਦੀ ਕੈਟੇਗਰੀ ਦੇ ਵਿੱਚ ਆਏਗਾ। ਨਾਲੇ ਇਹ ਜੋ ਹੈ ਵੀ ਇੱਕ ਰੂਟੀਨ ਤੇ ਇੱਕ ਹੈਬਿਟ ਬਾਰੇ ਵੀ ਜੋ ਹੈ ਦੱਸਿਆ ਜਾ ਰਿਹਾ ਹੈ ਵੀ ਤੁਸੀਂ ਫੁੱਟਬਾਲ ਖੇਡਦੇ ਹੋ। ਇਹ ਜੋ ਹੈ ਇੱਕ ਰੂਟੀਨ ਵੀ ਹੋ ਸਕਦੀ ਹੈ ਡੇਲੀ ਖੇਡਣ ਦੀ, ਔਰ ਇੱਕ ਆਦਤ ਯਾਨੀ ਕਿ ਹੈਬਿਟ ਵੀ ਹੋ ਸਕਦੀ ਹੈ, ਕਿਉਂਕਿ ਫੁੱਟਬਾਲ ਖੇਡਣਾ ਕਈਆਂ ਦੀ ਆਦਤ ਹੁੰਦੀ ਹੈ, ਠੀਕ ਹੈ, ਹੈਬਿਟ ਹੁੰਦੀ ਹੈ। ਹਾਂਜੀ, ਤੇ ਹੁਣ ਅਸੀਂ ਇਸ ਦਾ ਜੋ ਸੈਂਟੈਂਸ ਸਟਰਕਚਰ ਹੈ ਉਹ ਕਰ ਲੈਂਦੇ ਹਾਂ ਜੀ। ਸਬਜੈਕਟ ਹੋ ਗਿਆ ਜੀ ਤੁਸੀਂ ਦੀ ਇੰਗਲਿਸ਼ ਹੁੰਦੀ ਹੈ ਯੂ, ਤੇ ਇਸ ਤੋਂ ਬਾਅਦ ਅਸੀਂ ਸਬਜੈਕਟ ਤੋਂ ਬਾਅਦ ਯੂਜ਼ ਕਰਨੀ ਹੈ ਵਰਬ। ਖੇਡਦੇ ਹੋ, ਠੀਕ ਹੈ, ਖੇਡਣਾ ਹੁੰਦਾ ਹੈ ਪਲੇ, ਤਾਂ ਵਰਬ ਯੂਜ਼ ਕਰਾਂਗੇ ਪਲੇ। ਉਸ ਤੋਂ ਬਾਅਦ ਫੁੱਟਬਾਲ ਜੋ ਕਿ ਆਬਜੈਕਟ ਹੈ ਜਿਸ ਦੇ ਉੱਪਰ ਖੇਡਿਆ ਜਾ ਰਿਹਾ ਹੈ, ਤਾਂ ਫਿਰ ਅਸੀਂ ਯੂਜ਼ ਕਰਾਂਗੇ ਫੁੱਟਬਾਲ। ਇੱਥੇ ਇੱਕ ਗੱਲ ਨੋਟਿਸ ਕਰ ਲਓ, ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਜੋ ਸੈਂਟੈਂਸ ਸਟਰਕਚਰ ਹੈ ਉਸ ਦੇ ਵਿੱਚ ਅਸੀਂ ਸਬਜੈਕਟ ਤੇ ਆਬਜੈਕਟ ਦੇ ਵਿੱਚ ਸਿਰਫ ਵਰਬ ਦੀ ਫਰਸਟ ਫਾਰਮ ਯੂਜ਼ ਕਰਨੀ ਹੈ। ਹੁਣ ਅਸੀਂ ਜੋ ਮੇਨ ਚੀਜ਼ ਹੈ ਉਸ ਨੂੰ ਡਿਸਕਸ ਕਰ ਲੈਂਦੇ ਹਾਂ। ਇਸ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰਨਾ ਵੀ ਸਬਜੈਕਟ ਤੇ ਆਬਜੈਕਟ ਦੇ ਵਿੱਚ ਜੋ ਵਰਬ ਦੀ ਫਾਰਮ ਯੂਜ਼ ਹੋਣੀ ਹੈ ਉਹ ਸਿਰਫ ਫਰਸਟ ਫਾਰਮ ਯੂਜ਼ ਹੋਏਗੀ। ਸਬਜੈਕਟ ਪਲੱਸ ਵਰਬ ਫਰਸਟ ਫਾਰਮ ਪਲੱਸ ਆਬਜੈਕਟ, ਠੀਕ ਹੈ। ਇਹ ਜੋ ਹੈ ਤੁਹਾਡੀ ਸਿੰਪਲ ਪ੍ਰੈਜ਼ੈਂਟ ਟੈਂਸ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਵਿੱਚ ਸੈਂਟੈਂਸ ਸਟਰਕਚਰ ਦੀ ਜੋ ਫਾਰਮ ਯੂਜ਼ ਹੋਣੀ ਹੈ ਉਹ ਇਹ ਹੈ, ਸਬਜੈਕਟ ਪਲੱਸ ਵਰਬ ਫਰਸਟ ਫਾਰਮ ਪਲੱਸ ਆਬਜੈਕਟ। ਇਸੇ ਦੇ ਵਿੱਚ ਇੱਕ ਚੀਜ਼ ਹੋਰ ਹੈ, ਉਹ ਇਹ ਹੈ ਵੀ ਅਗਰ ਸਬਜੈਕਟ ਥਰਡ ਪਰਸਨ ਹੈ, ਦੇਖੋ ਆਈ ਔਰ ਯੂ ਦੇ ਨਾਲ ਅਸੀਂ ਸੈਂਟੈਂਸ ਬਣਾ ਲਏ ਨੇ। ਹੁਣ ਗੱਲ ਕਰੀਏ ਵੀ ਅਗਰ ਇੱਥੇ ਜੋ ਪਰਸਨ ਹੈ ਉਹ ਆਈ ਜਾਂ ਯੂ ਮੀਨਸ ਕਿ ਫਸਟ ਪਰਸਨ ਜਾਂ ਸੈਕਿੰਡ ਪਰਸਨ ਨਾ ਹੋ ਕੇ ਅਗਰ ਉਹ ਥਰਡ ਪਰਸਨ ਹੈ, ਤੇ ਥਰਡ ਪਰਸਨ ਦੇ ਵਿੱਚ ਵੀ ਅਗਰ ਉਹ ਸਿੰਗੂਲਰ ਹੈ, ਸਿੰਗੂਲਰ ਤੋਂ ਭਾਵ ਕੀ ਹੈ ਵੀ ਇਕੱਲਾ ਇੱਕੋ ਹੀ ਬੰਦੇ ਦੀ ਗੱਲ, ਇੱਕੋ ਬੰਦੇ ਦੀ ਅਸੀਂ ਜੋ ਹੈ ਗੱਲ ਕਰ ਰਹੇ ਹਾਂ, ਠੀਕ ਹੈ, ਵੀ ਇੱਕ ਸਿੰਗਲ ਪਰਸਨ ਦੀ ਅਗਰ ਅਸੀਂ ਜੋ ਹੈ ਗੱਲ ਕਰ ਰਹੇ ਹਾਂ। ਥਰਡ ਪਰਸਨ ਦੇ ਨਾਲ ਸਿੰਗੂਲਰ ਤੋਂ ਭਾਵ ਕੀ ਹੈ ਵੀ ਅਸੀਂ ਜੋ ਹੈ ਇੱਕ ਸਿੰਗਲ ਜੋ ਹੈ ਬੰਦੇ ਦੀ ਗੱਲ ਕਰ ਰਹੇ ਹਾਂ। ਹੁਣ ਜ਼ਰਾ ਧਿਆਨ ਨਾਲ ਦੇਖਣਾ ਵੀ ਅਗਰ ਇੱਦਾਂ ਦਾ ਜੋ ਹੈ ਕੋਈ ਮਤਲਬ ਥਰਡ ਪਰਸਨ ਯੂਜ਼ ਹੋ ਰਿਹਾ ਹੈ ਤਾਂ ਫਿਰ ਅਸੀਂ ਵਰਬ ਦੀ ਜੋ ਫਰਸਟ ਫਾਰਮ ਯੂਜ਼ ਕਰਨੀ ਹੈ ਉਹਦੇ ਨਾਲ ਐਸ ਜਾਂ ਈ ਐਸ ਯੂਜ਼ ਕਰਨਾ ਹੈ। ਹੁਣ ਦੇਖੋ ਜਿਵੇਂ ਇੱਕ ਸੈਂਟੈਂਸ ਹੈ ਥੱਲੇ ਵੀ ਦਿਲਪ੍ਰੀਤ ਸਿੰਘ, ਇਹ ਤਾਂ ਦੇਖੋ ਹੋ ਗਿਆ ਸਬਜੈਕਟ। ਇਸ ਤੋਂ ਬਾਅਦ ਹੈ ਜੀ ਪਲੇਜ਼। ਹੁਣ ਇੱਥੇ ਇੱਕ ਗੱਲ ਨੋਟਿਸ ਕਰਨਾ ਵੀ ਕੱਲਾ ਪਲੇ ਨਹੀਂ ਲਿਖਿਆ ਹੈ, ਪਲੇਜ਼ ਹੈ।
ਹੁਣ ਇਹਦਾ ਕਾਰਨ ਕੀ ਹੈ ਵੀ ਦਿਲਪ੍ਰੀਤ ਸਿੰਘ ਹੋ ਗਿਆ ਥਰਡ ਪਰਸਨ, ਤੇ ਥਰਡ ਪਰਸਨ ਤੋਂ ਇਲਾਵਾ ਇਹ ਸਿੰਗੂਲਰ ਵੀ ਹੈ ਵੀ ਇਕੱਲਾ ਇੱਕੋ ਬੰਦਾ ਹੀ ਹੈ। ਠੀਕ ਹੈ, ਤਾਂ ਦਿਲਪ੍ਰੀਤ ਸਿੰਘ ਦੇ ਨਾਲ ਅਸੀਂ ਜਦੋਂ ਵਰਬ ਦੀ ਫਰਸਟ ਫਾਰਮ ਯੂਜ਼ ਕਰਨੀ ਹੈ ਫਿਰ ਅਸੀਂ ਐਸ ਜੋ ਹੈ ਯੂਜ਼ ਕਰਨਾ ਹੈ। ਠੀਕ ਹੈ, ਤੇ ਇਸ ਤੋਂ ਬਾਅਦ ਹੈਗਾ ਜੀ ਹਾਕੀ, ਵੀ ਦਿਲਪ੍ਰੀਤ ਸਿੰਘ ਜੋ ਹੈ ਉਹ ਹਾਕੀ ਖੇਡਦਾ ਹੈ, ਤਾਂ ਦਿਲਪ੍ਰੀਤ ਸਿੰਘ ਪਲੇਜ਼ ਹਾਕੀ। ਦਿਲਪ੍ਰੀਤ ਸਿੰਘ ਥਰਡ ਪਰਸਨ ਹੋ ਗਿਆ। ਠੀਕ ਹੈ, ਸਬਜੈਕਟ ਹੋ ਗਿਆ ਤੇ ਨਾਲੇ ਸਿੰਗੂਲਰ ਹੈ ਥਰਡ ਪਰਸਨ। ਇਸ ਤੋਂ ਬਾਅਦ ਵਰਬ ਆ ਗਈ ਪਲੇਸ ਯਾਨੀ ਕਿ ਖੇਡਣਾ, ਤੇ ਇਸ ਤੋਂ ਬਾਅਦ ਆਬਜੈਕਟ ਆ ਗਿਆ ਵੀ ਜੋ ਜਿਸ ਦੇ ਉੱਪਰ ਕੋਈ ਕੰਮ ਹੋ ਰਿਹਾ ਹੈ, ਐਕਸ਼ਨ ਹੋ ਰਿਹਾ ਹੈ, ਯਾਨੀ ਕਿ ਹਾਕੀ। ਦਿਲਪ੍ਰੀਤ ਸਿੰਘ ਪਲੇਜ਼ ਹਾਕੀ। ਥਰਡ ਪਰਸਨ ਅਗਰ ਸਿੰਗੂਲਰ ਹੈ ਤਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਅਸੀਂ ਐਸ ਜਾਂ ਈਐਸ ਲਗਾਵਾਂਗੇ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਵਿੱਚ। ਇਹ ਤਾਂ ਅਸੀਂ ਗੱਲ ਕਰ ਲਈ ਵੀ ਜਦੋਂ ਅਸੀਂ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਦਾ ਯੂਜ਼ ਕੀਤਾ ਹੈ। ਠੀਕ ਹੈ, ਹੁਣ ਇੱਕ ਇੱਦਾਂ ਦਾ ਸੈਂਟੈਂਸ ਲੈ ਲੈਂਦੇ ਹਾਂ ਜਿਸ ਦੇ ਵਿੱਚ ਅਸੀਂ ਈ ਐਸ ਦਾ ਯੂਜ਼ ਕਰਨਾ ਹੈ। ਦੇਖੋ ਜਿਵੇਂ ਹੈ ਮਾਈ ਮਦਰ। ਮਾਈ ਮਦਰ ਤੋਂ ਭਾਵ ਕੀ ਹੈ ਵੀ ਦੇਖੋ ਥਰਡ ਪਰਸਨ ਹੈ ਇੱਕ ਤਾਂ, ਤੇ ਦੂਜਾ ਸਿੰਗੂਲਰ ਹੈ ਵੀ ਮਾਈ ਮਦਰ, ਯਾਨੀ ਕਿ ਅਸੀਂ ਸਿੰਗਲ ਪਰਸਨ ਦੀ ਹੀ ਗੱਲ ਕਰ ਰਹੇ ਹਾਂ। ਤਾਂ ਮਾਈ ਮਦਰ ਗੋਜ਼ ਟੂ ਆਫਿਸ। ਇੱਥੇ ਜੋ ਗੋ ਹੈ, ਠੀਕ ਹੈ, ਜੋ ਗੋ ਹੁੰਦਾ ਵੀ ਜਾਣਾ। ਠੀਕ ਹੈ, ਤੇ ਗੋ ਦੇ ਨਾਲ ਅਸੀਂ ਲਗਾਇਆ ਹੈ ਈ ਐਸ। ਜੋ ਗੋ ਹੈ, ਜੋ ਵਰਬ ਦੀ ਫਰਸਟ ਫਾਰਮ ਹੈ, ਉਸ ਦੇ ਨਾਲ ਅਸੀਂ ਯੂਜ਼ ਕੀਤਾ ਹੈ ਈ ਐਸ। ਇੱਦਾਂ ਦੇ ਸੈਂਟੈਂਸਿਸ ਜੋ ਓ ਤੇ ਐਂਡ ਹੁੰਦੇ ਹੈ, ਸੌਰੀ ਇੱਦਾਂ ਦੀ ਵਰਬਸ ਜੋ ਓ ਤੇ ਐਂਡ ਹੁੰਦੀਆਂ ਹੈ, ਉਹਨਾਂ ਦੇ ਨਾਲ ਅਸੀਂ ਈ ਐਸ ਯੂਜ਼ ਕਰਦੇ ਹਾਂ। ਮਾਈ ਮਦਰ ਗੋਜ਼ ਟੂ ਆਫਿਸ, ਵੀ ਮੇਰੀ ਮਾਤਾ ਜੀ ਜੋ ਹੈ ਉਹ ਆਫਿਸ ਜਾਂਦੇ ਨੇ। ਤਾਂ ਮਾਈ ਮਦਰ ਹੋ ਗਿਆ ਸਬਜੈਕਟ ਥਰਡ ਪਰਸਨ ਔਰ ਸਿੰਗੂਲਰ ਹੈ, ਤੇ ਗੋ ਦੇ ਨਾਲ ਆ ਗਿਆ ਈ ਐਸ। ਵਰਬ ਦੀ ਫਰਸਟ ਫਾਰਮ ਦੇ ਨਾਲ ਅਸੀਂ ਈ ਐਸ ਯੂਜ਼ ਕਰਾਂਗੇ। ਇਹਦਾ ਕਾਰਨ ਕੀ ਹੈ ਵੀ ਇੱਥੇ ਗੱਲ ਹੋ ਰਹੀ ਹੈ ਥਰਡ ਪਰਸਨ ਜੋ ਕਿ ਸਿੰਗੂਲਰ ਹੈ। ਮਾਈ ਮਦਰ ਉਹ ਜੋ ਹੈ ਥਰਡ ਪਰਸਨ ਨੇ ਤੇ ਸਿੰਗੂਲਰ ਨੇ, ਤੇ ਤਾਂ ਕਰਕੇ ਗੋ ਦੇ ਨਾਲ ਈ ਐਸ ਆਇਆ ਹੈ। ਗੋਜ਼ ਟੂ ਆਫਿਸ, ਮੇਰੀ ਮਾਤਾ ਜੀ ਆਫਿਸ ਜਾਂਦੇ ਨੇ। ਹਾਂਜੀ, ਅਸੀਂ ਸਿੰਪਲ ਪ੍ਰੈਜ਼ੈਂਟ ਟੈਂਸ ਬਾਰੇ ਗੱਲ ਕਰ ਲਈ ਹੈ। ਹੁਣ ਨੈਕਸਟ ਹੈ ਜੀ ਸਿੰਪਲ ਪਾਸਟ ਟੈਂਸ। ਦੇਖੋ ਜਿਵੇਂ ਕਿ ਇਹਦੇ ਨਾਲ ਕਲੀਅਰ ਹੈ ਵੀ ਸਿੰਪਲ ਪਾਸਟ ਟੈਂਸ ਕਹਿ ਲਈਏ ਜਾਂ ਪਾਸਟ ਇਨਡੈਫੀਨਿਟ ਟੈਂਸ ਕਹਿ ਲਈਏ, ਵੀ ਕੋਈ ਕੰਮ ਜਾਂ ਕੋਈ ਐਕਸ਼ਨ ਬੀਤ ਚੁੱਕੇ ਸਮੇਂ 'ਚ ਹੋਇਆ ਹੈ, ਪਰ ਉਹ ਕਦੋਂ ਹੋਇਆ ਸੀ ਐਗਜ਼ੈਕਟ ਉਹਦਾ ਟਾਈਮ ਜੋ ਹੈ ਉਹ ਡਿਫਾਈਨ ਨਹੀਂ ਹੈ। ਵੀ ਉਹ ਕੰਮ ਹੋ ਚੁੱਕਿਆ ਹੈ ਪਰ ਕਦੋਂ ਹੋਇਆ ਹੈ ਇਹ ਜੋ ਹੈ ਡਿਫਾਈਨ ਨਹੀਂ ਹੈ। ਜੋ ਐਗਜ਼ੈਕਟ ਜੋ ਸਮਾਂ ਸੀ ਉਸ ਕੰਮ ਦੇ ਜਾਂ ਉਸ ਐਕਸ਼ਨ ਦੇ ਹੋਣ ਦਾ ਉਹ ਜੋ ਹੈ ਦੱਸਿਆ ਨਹੀਂ ਗਿਆ ਹੈ। ਇਹਨਾਂ ਦੇ ਵਿੱਚ ਜੋ ਡਿਫਰੈਂਸ ਆਉਂਦਾ ਹੈ ਉਹ ਡਿਫਰੈਂਸ ਇਹ ਹੈ ਕਿ ਸਬਜੈਕਟ ਤੇ ਆਬਜੈਕਟ ਦੇ ਵਿੱਚ ਜੋ ਵਰਬ ਦੀ ਜੋ ਫਾਰਮ ਯੂਜ਼ ਹੁੰਦੀ ਹੈ ਉਹ ਸੈਕਿੰਡ ਫਾਰਮ ਯੂਜ਼ ਹੁੰਦੀ ਹੈ। ਪਹਿਲਾਂ ਕੀ ਸੀ ਵੀ ਸਬਜੈਕਟ ਤੇ ਆਬਜੈਕਟ ਦੇ ਵਿੱਚ ਜੋ ਵਰਬ ਦੀ ਫਾਰਮ ਯੂਜ਼ ਹੋ ਰਹੀ ਸੀ ਉਹ ਫਰਸਟ ਫਾਰਮ ਯੂਜ਼ ਹੋ ਰਹੀ ਸੀ। ਹੁਣ ਅਸੀਂ ਸੈਕਿੰਡ ਫਾਰਮ ਯੂਜ਼ ਕਰਨੀ ਹੈ ਸਿੰਪਲ ਪਾਸਟ ਟੈਂਸ ਦੇ ਵਿੱਚ ਸਬਜੈਕਟ ਤੇ ਆਬਜੈਕਟ ਦੇ ਵਿੱਚ। ਜਿਵੇਂ ਪਹਿਲਾ ਸਾਡੇ ਕੋਲ ਵਾਕ ਹੈ ਮੈਂ ਹਾਕੀ ਖੇਡੀ। ਜ਼ਰਾ ਇਸ ਨੂੰ ਧਿਆਨ ਨਾਲ ਦੇਖਣਾ ਵੀ ਇਹ ਕੰਮ ਹੋ ਚੁੱਕਿਆ ਹੈ, ਖੇਡ ਚੁੱਕਿਆ ਹਾਂ। ਠੀਕ ਹੈ, ਮੈਂ ਹਾਕੀ ਖੇਡੀ। ਤਾਂ ਇਸ ਨੂੰ ਅਸੀਂ ਕਿੱਦਾਂ ਬਣਾਵਾਂਗੇ ਸਿੰਪਲ ਪਾਸਟ ਟੈਂਸ ਨੂੰ। ਦੇਖੋ ਇਹ ਕੰਮ ਮਤਲਬ ਜੋ ਹੈ ਬੀਤੇ ਸਮੇਂ 'ਚ ਹੋ ਚੁੱਕਿਆ ਹੈ। ਤਾਂ ਹੁਣ ਇਹ ਕਦੋਂ ਹੋਇਆ ਸੀ ਬੀਤੇ ਸਮੇਂ 'ਚ ਇਹ ਨਹੀਂ ਪਤਾ ਹੈ, ਪਰ ਹੋ ਚੁੱਕਿਆ ਹੈ ਇਹ ਕੰਮ। ਇਸ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਵੀ ਇਹ ਸਿੰਪਲ ਪਾਸਟ ਟੈਂਸ ਹੈ। ਇਸ ਤੋਂ ਇਲਾਵਾ ਜੋ ਵਾਕ ਮਤਲਬ ਜਿਨ੍ਹਾਂ ਵਾਕਾਂ ਦੇ ਪਿੱਛੇ ਆ ਏ ਈ, ਜਿਵੇਂ ਇੱਥੇ ਖੇਡੀ, ਠੀਕ ਹੈ, ਇੱਥੇ ਈ ਦੀ ਜੋ ਹੈ ਮਤਲਬ ਆਵਾਜ਼ ਆਉਂਦੀ ਪਈ ਹੈ, ਈ ਦਾ ਸਾਊਂਡ ਆ ਰਿਹਾ ਹੈ, ਆ ਏ ਈ। ਇੱਦਾਂ ਦੇ ਸਾਊਂਡਸ ਜਿਨ੍ਹਾਂ ਵਾਕਾਂ ਦੇ ਖਤਮ ਹੋਣ 'ਤੇ ਆਉਂਦੇ ਨੇ ਉਹਨਾਂ ਨੂੰ ਅਸੀਂ ਜੋ ਹੈ ਸਿੰਪਲ ਪਾਸਟ ਟੈਂਸ ਵੀ ਗਿਣਦੇ ਹਾਂ। ਬਾਕੀ ਇਹਨਾਂ ਦੇ ਵਿੱਚ ਅਸੀਂ ਜੋ ਹੈ ਉਹੀ ਆਦਤਾਂ ਬਾਰੇ, ਰੂਟੀਨਸ ਬਾਰੇ, ਜਨਰਲ ਟਰੂਥਸ ਬਾਰੇ ਗੱਲ ਕਰਨੀ ਹੈ, ਪਰ ਇਹ ਚੀਜ਼ਾਂ ਪਿਛਲੇ ਸਮੇਂ 'ਚ ਹੋ ਚੁੱਕੀਆਂ ਨੇ। ਠੀਕ ਹੈ, ਇਹ ਡਿਫਰੈਂਸ ਹੈ ਸਿੰਪਲ ਪ੍ਰੈਜ਼ੈਂਟ ਟੈਂਸ ਤੋਂ।
हाँ जी, सब्जेक्ट की है मैं ਦੀ ਇੰਗਲਿਸ਼ ਕੀ ਹੁੰਦੀ ਹੈ ਆਈ। ਹਾਕੀ ਹੋ ਗਿਆ ਆਬਜੈਕਟ, ਠੀਕ ਹੈ, ਇਹ ਤਾਂ ਅਸੀਂ ਵਰਬ ਤੋਂ ਬਾਅਦ ਲਿਖਣਾ ਹੈ। ਤਾਂ ਸਬਜੈਕਟ ਤੋਂ ਪਹਿਲਾਂ ਲਿਖੀ ਜਾਏਗੀ ਵਰਬ ਦੀ ਸੈਕਿੰਡ ਫਾਰਮ। ਖੇਡੀ ਤੋਂ ਭਾਵ ਕੀ ਹੁੰਦਾ ਹੈ ਵੀ ਖੇਡਣਾ ਮਤਲਬ ਹੁੰਦਾ ਹੈ ਇੰਗਲਿਸ਼ ਦੇ ਵਿੱਚ ਪਲੇ ਕਰਨਾ। ਹੁਣ ਇਹਦੀ ਸੈਕਿੰਡ ਫਾਰਮ ਹੁੰਦੀ ਹੈ ਜੀ ਪਲੇਡ। आई प्लेड हॉकी। आई जो है वो सब्जेक्ट है, प्लेड हो गया वर्ब दी सेकंड फॉर्म खेडना, ठीक है, ते मतलब खेडी। ते हॉकी बच्चों ये जो है मतलब ऑब्जेक्ट है जिस चीज़ के ऊपर काम या एक्शन हो रहा है। एक होर सिंपल पास्ट टेंस का एग्जाम्पल ले लेने हाँ। उन्होंने क्रिकेट मैच वेख्या। उन्होंने क्रिकेट मैच वेख्या। दे वाश्ड क्रिकेट मैच। उन्होंने इत्थे जो है बच्चों वो जो है सब्जेक्ट है, तो उन्होंने दी इंग्लिश की होंदा है दे, इंग्लिश की होंदी है दे। ते जो क्रिकेट मैच है वो जो है ऑब्जेक्ट है भी जिस दे ऊपर एक्शन हो रहा है, तो एक्शन की हो रहा है वेखना हो रहा है, वेख्या। तो सब्जेक्ट प्लस वर्ब दी सेकंड फॉर्म। देखो ना ये काम भी हो चुका है भी उन्होंने क्रिकेट मैच वेख्या, भी ये काम बीते समय हो चुका है। पर ये काम कदों होया सी ये चीज़ डिफाइन नहीं है, समा दस्या नहीं गया है भी ये काम कदों होया सी। उन्होंने क्रिकेट मैच वेख्या, उन्होंने हो गया दे, ते क्रिकेट मैच ऑब्जेक्ट हो गया, ठीक है, ते वेखना हो गया वर्ब दी सेकंड फॉर्म वाश्ड। दे वाश्ड क्रिकेट मैच, सब्जेक्ट प्लस वर्ब दी सेकंड फॉर्म प्लस ऑब्जेक्ट। ये जो है सिंपल पास्ट टेंस का सेंटेंस स्ट्रक्चर करन दा मैथड है। सिंपल पास्ट टेंस ते सिंपल प्रेजेंट टेंस दे विच डिफरेंस की है भी सिंपल पास्ट टेंस दे विच वर्ब दी सेकंड फॉर्म यूज होंदी है, ते सिंपल प्रेजेंट टेंस दे विच वर्ब दी फर्स्ट फॉर्म यूज होंदी है। सिंपल प्रेजेंट टेंस वर्तमान दे विच होया है, यानी कि होने वाले समय दे विच जो है सिंपल प्रेजेंट टेंस असी यूज़ करते हाँ, पर समा जो है दस्या नहीं गया हुंदा भी कदों वो चीज़ हुई है। इदां ही सिंपल पास्ट टेंस असी तां जो है यूज़ करना है भी कोई काम बीते समय होया है पर समा जो है डिफाइन नहीं है। हाँ जी, हुण देखो सिंपल प्रेजेंट टेंस की गल हो गई है, सिंपल पास्ट टेंस की गल हो गई है। हुण देखो प्रेजेंट पास्ट असी जो है डिस्कस कर ले हैं, तो हुण की रह गया है फ्यूचर यानी कि जो काम आने वाले भविख दे विच होना है भी हाले होया नहीं है, जो असी आने वाले समय दे विच जिस काम नूं करांगे। पर वो भी जो है समा जो है एग्जैक्टली डिफाइन नहीं होएगा भी आने वाले समय दे विच वो काम होना तो है, पर किस एग्जैक्ट समय ते होना है ये सानू नहीं पता हुंदा, ठीक है। सिंपल फ्यूचर टेंस दे विच इसनूं असी फ्यूचर इनडेफिनिट टेंस भी कहने हाँ। इसका जो सेंटेंस स्ट्रक्चर है इस दे विच बच्चों विल ते शैल ये जो है मतलब एक्स्ट्रा वर्ब वन दे नाल असी मतलब कि फर्स्ट फॉर्म ऑफ वर्ब दे नाल यूज़ करने होंदे हैं। फर्स्ट फॉर्म ऑफ वर्ब तो पहला आंदे हैं विल ते शैल। विल असी कित्थे यूज़ करना है, शैल असी कित्थे यूज़ करना है शैल दा, ये मैं तुहानूं दस देना हाँ। देखो अगर असी आई बारे यानी कि असी गल कर रहे हाँ फर्स्ट पर्सन दी भी आई हो गया, ठीक है, वी हो गया, तो असी यूज़ करते हैं जी शैल। तो अगर असी गल करनी है सेकंड पर्सन दी तो फिर असी यूज़ करना है जी विल। हाँ जी, इहदा एग्जाम्पल लैने आ जी मैं फुटबॉल खेडांगा। हुण ये एक आने वाले समय दे विच दस्या गया है भी असी एक्शन करांगे, पर आने वाले समय दे विच किस एक डिफाइन टाइम तो मतलब की है भी समा एग्जैक्ट समा नहीं दस्या गया है। मैं फुटबॉल खेडांगा, हुण मान लो भी मतलब कल जो है असी फुटबॉल खेडनी है, पर हुण की है भी कल दे विच हुण 24 घंटे का टाइम है। हुण 24 घंटे जो किस समय दे विच ये जो फुटबॉल है वो खेडी जाऊगी ये चीज़ डिफाइन नहीं है। एग्जैक्ट जो समय है ना फुटबॉल नूं खेडन दा वो जो है नहीं दस्या गया है आने वाले समय दे विच, ठीक है। एग्जैक्ट समा नहीं
ਜੋ ਹੈ ਸਾਨੂੰ ਪਤਾ ਹੈ ਇਸ ਬਾਰੇ। ਮੈਂ ਫੁੱਟਬਾਲ ਖੇਡਾਂਗਾ, ਤਾਂ ਇਹਦੇ ਵਿੱਚ ਜਦੋਂ ਅਸੀਂ ਸੈਂਟੈਂਸ ਸਟਰਕਚਰ ਕਰਨਾ ਹੈ, ਮੈਂ ਹੋ ਗਿਆ ਆਈ ਯਾਨੀ ਕਿ ਸਬਜੈਕਟ, ਅਤੇ ਇਸ ਤੋਂ ਬਾਅਦ ਬੱਚਿਓ ਆਈ ਦੇ ਨਾਲ ਜੋ ਫਸਟ ਪਰਸਨ ਹੈ ਆਈ, ਉਸ ਦੇ ਨਾਲ ਅਸੀਂ ਸ਼ੈਲ ਦਾ ਯੂਜ਼ ਕਰਨਾ ਹੈ, ਠੀਕ ਹੈ, ਆਈ ਸ਼ੈਲ। ਅਤੇ ਫਿਰ ਅਸੀਂ ਵਰਬ ਦੀ ਫਸਟ ਫੋਰਮ ਯੂਜ਼ ਕਰਾਂਗੇ, ਖੇਡਾਂਗਾ, ਮਤਲਬ ਖੇਡਣਾ ਜੋ ਹੈ ਉਹ ਹੋ ਗਿਆ ਪਲੇ, ਵਰਬ ਦੀ ਫਸਟ ਫੋਰਮ ਆ ਗਈ ਪਲੇ, ਅਤੇ ਓਬਜੈਕਟ ਕੀ ਹੈ ਜਿਸ ਦੇ ਉੱਪਰ ਇਹ ਕੰਮ ਹੋ ਰਿਹਾ ਹੈ, ਐਕਸ਼ਨ ਹੋ ਰਿਹਾ ਹੈ, ਉਹ ਹੈ ਫੁੱਟਬਾਲ। ਆਈ ਸ਼ੈਲ ਪਲੇ ਫੁੱਟਬਾਲ, ਮੈਂ ਫੁੱਟਬਾਲ ਖੇਡਾਂਗਾ। ਅਤੇ ਇਸ ਤੋਂ ਬਾਅਦ ਕੀ ਹੈ ਜੀ, ਤੁਸੀਂ ਫੁੱਟਬਾਲ ਖੇਡੋਗੇ। ਪਹਿਲਾਂ ਅਸੀਂ ਫਸਟ ਪਰਸਨ ਦੇ ਨਾਲ ਸੈਂਟੈਂਸ ਬਣਾ ਲਿਆ ਹੈ, ਹੁਣ ਸੈਕਿੰਡ ਪਰਸਨ ਦੇ ਨਾਲ ਯਾਨੀ ਕਿ ਯੂ ਦੇ ਨਾਲ ਸੈਂਟੈਂਸ ਬਣਾਉਂਦੇ ਹਾਂ। ਤੁਸੀਂ ਫੁੱਟਬਾਲ ਖੇਡੋਗੇ, ਤੁਸੀਂ ਫੁੱਟਬਾਲ ਖੇਡੋਗੇ, ਇਹ ਦੱਸਿਆ ਗਿਆ ਹੈ ਵੀ ਤੁਸੀਂ ਫੁੱਟਬਾਲ ਖੇਡੋਗੇ, ਪਰ ਕਿਸ ਸਮੇਂ ਖੇਡੋਗੇ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਸਮੇਂ, ਵੀ ਕੋਈ ਸਮਾਂ ਜੋ ਹੈ ਉਹ ਐਗਜ਼ੈਕਟਲੀ ਦੱਸਿਆ ਨਹੀਂ ਗਿਆ ਹੈ, ਠੀਕ ਹੈ। ਤਾਂ ਇਹ ਪਹਿਚਾਨ ਹੈ ਜਿਸ ਤੋਂ ਤੁਸੀਂ ਜੋ ਹੈ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਸਿੰਪਲ ਫਿਊਚਰ ਟੈਂਸ ਹੈ। ਇਸ ਤੋਂ ਇਲਾਵਾ ਬੱਚਿਓ ਜਿਹੜੇ ਸੈਂਟੈਂਸਿਸ ਜਾਂ ਜਿਹੜੇ ਵਾਕ ਗਾ ਹੈ ਜਾਂ ਗੇ ਹੈ ਜਾਂ ਗੀ ਹੈ, ਠੀਕ ਹੈ, ਇਹਨਾਂ 'ਤੇ ਖ਼ਤਮ ਹੁੰਦੇ ਨੇ। ਜਿਵੇਂ ਇੱਥੇ ਦੇਖੋ, ਮੈਂ ਫੁੱਟਬਾਲ ਖੇਡਾਂਗਾ, ਤਾਂ ਇਹ ਗਾ 'ਤੇ ਖ਼ਤਮ ਹੋ ਰਿਹਾ ਹੈ। ਇਵੇਂ ਗਾ ਦੀ ਜਗ੍ਹਾ 'ਤੇ ਬੱਚਿਓ ਗੇ ਹੁੰਦਾ, ਠੀਕ ਹੈ, ਗੀ ਹੁੰਦਾ। ਤਾਂ ਇਹ ਵਾਲੇ ਵਾਕ ਜਿਹੜੇ ਗਾ, ਗੇ ਜਾਂ ਗੀ, ਇਹਨਾਂ 'ਤੇ ਖ਼ਤਮ ਹੁੰਦੇ ਨੇ, ਐਂਡ ਹੁੰਦੇ ਨੇ, ਇਹਨਾਂ ਨੂੰ ਵੀ ਅਸੀਂ ਸਿੰਪਲ ਫਿਊਚਰ ਟੈਂਸ ਦੇ ਵਿੱਚ ਰੱਖ ਸਕਦੇ ਹਾਂ। ਮਤਲਬ ਜੋ ਹੈ ਇਹ ਇਹਨਾਂ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਹੈ ਵੀ ਇਹ ਸਿੰਪਲ ਫਿਊਚਰ ਟੈਂਸ ਨੂੰ ਜਾਂ ਫਿਊਚਰ ਇਨਡੈਫੀਨਿਟ ਟੈਂਸ ਨੂੰ ਦਰਸਾ ਰਹੇ ਨੇ। ਤੁਸੀਂ ਫੁੱਟਬਾਲ ਖੇਡੋਗੇ, ਤੁਸੀਂ ਹੋ ਗਿਆ ਸਬਜੈਕਟ ਯਾਨੀ ਕਿ ਯੂ, ਅਤੇ ਇਸ ਤੋਂ ਬਾਅਦ ਸੈਕਿੰਡ ਪਰਸਨ ਦੇ ਨਾਲ ਯਾਨੀ ਕਿ ਯੂ ਦੇ ਨਾਲ ਅਸੀਂ ਵਿਲ ਯੂਜ਼ ਕਰਦੇ ਹਾਂ, ਠੀਕ ਹੈ, ਵਿਲ। ਫਸਟ ਪਰਸਨ ਦੇ ਨਾਲ ਅਸੀਂ ਸ਼ੈਲ ਦਾ ਯੂਜ਼ ਕਰਨਾ ਹੈ, ਅਤੇ ਸੈਕਿੰਡ ਪਰਸਨ ਦੇ ਨਾਲ ਅਸੀਂ ਜੋ ਹੈ ਵਿਲ ਦਾ ਯੂਜ਼ ਕਰਨਾ ਹੈ। ਯੂ ਵਿਲ। ਇੱਦਾਂ ਹੀ ਜੋ ਥਰਡ ਪਰਸਨ ਹੁੰਦੇ ਹੈ, ਹੀ, ਸ਼ੀ, ਇਟ, ਠੀਕ ਹੈ, ਦੇ, ਇਹਨਾਂ ਦੇ ਨਾਲ ਵੀ ਬੱਚਿਓ ਜੋ ਹੈ ਉਹ ਹੀ, ਸ਼ੀ, ਇਟ, ਦੇ, ਇਹਨਾਂ ਦੇ ਨਾਲ ਵੀ ਜੋ ਹੈ ਵਿਲ ਦਾ ਯੂਜ਼ ਹੁੰਦਾ ਹੈ, ਠੀਕ ਹੈ। ਸੈਕਿੰਡ ਪਰਸਨ ਅਤੇ ਥਰਡ ਪਰਸਨ ਦੇ ਨਾਲ ਅਸੀਂ ਵਿਲ ਦਾ ਯੂਜ਼ ਕਰਨਾ ਹੈ, ਫਸਟ ਪਰਸਨ ਦੇ ਨਾਲ ਅਸੀਂ ਜੋ ਹੈ ਸ਼ੈਲ ਦਾ ਯੂਜ਼ ਕਰਨਾ ਹੈ। ਤੁਸੀਂ ਹੋ ਗਿਆ ਸਬਜੈਕਟ ਯੂ, ਅਤੇ ਯੂ ਵਿਲ ਪਲੇ, ਖੇਡੋਗੇ ਹੋ ਗਿਆ ਵਿਲ ਪਲੇ ਯਾਨੀ ਕਿ ਵਰਬ ਜੋ ਹੈ ਆ ਗਈ, ਠੀਕ ਹੈ। ਅਤੇ ਇਸ ਤੋਂ ਬਾਅਦ ਓਬਜੈਕਟ ਯਾਨੀ ਕਿ ਫੁੱਟਬਾਲ, ਯੂ ਵਿਲ ਪਲੇ ਫੁੱਟਬਾਲ।